ਅਸੀਂ ਜਦੋਂ ਆਸਟੀਓਪਰੋਸਿਸ ਨਾਂ ਦੀ ਬਿਮਾਰੀ ਦੀ ਗੱਲ ਕਰਦੇ ਹਾਂ ਤੇ ਇਹੀ ਹੁੰਦਾ ਕਿ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ। ਕਿਉਂ ਹੁੰਦੀਆਂ ਨੇ, ਕੀ ਕਰਨਾ ਚਾਹੀਦਾ ਹੈ, ਕਿੰਨਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਪਾਈ ਜਾਂਦੀ ਹੈ, ਇਸ ਸਭ ਬਾਰੇ ਅੱਜ ਗੱਲਬਾਤ ਹੋਵੇਗੀ। ਤੇ ਹੱਡੀਆਂ ਇੱਕ ਹੈਗਾ, ਇਹ ਇੱਕ ਕਿਸਮ ਦਾ ਲਿਵਿੰਗ ਹੈਗਾ ਬਾਡੀ ਦਾ ਆਰਗੇਨਿਜ਼ਮ, ਇਹ ਆਰਗਨ ਹੈ ਬਾਡੀ ਦਾ ਕਿ ਇਹ ਬਣਦਾ ਰਹਿੰਦਾ। ਹੱਡੀਆਂ ਜਿਹੜੀਆਂ ਇਹਦਾ ਬੋਨ ਮਾਸ ਬਣਦਾ ਤੇ ਨਾਲ ਨਾਲ ਉਹਦਾ ਖੁਰਦਾ ਵੀ ਹੈ। 30 ਸਾਲ ਦੀ ਉਮਰ ਤੱਕ ਇਹਦਾ ਬਣਦਾ ਰਹਿੰਦਾ। ਉਸ ਤੋਂ ਬਾਅਦ ਫਿਰ ਜਿਹੜਾ ਹੱਡੀਆਂ ਦਾ ਹਿੱਸਾ ਨਾ ਬਣਦਾ ਉਹ ਘੱਟੇ ਤੇ ਜਿਹੜਾ ਖੁਰਦਾ ਉਹ ਜ਼ਿਆਦਾ ਹੁੰਦਾ। ਹੱਡੀਆਂ ਦੇ ਵਿੱਚ ਹੋ ਗਿਆ ਕੈਲਸ਼ੀਅਮ, ਹੋ ਗਿਆ ਫਾਸਫੇਟ, ਹੋ ਗਿਆ ਤੇ ਇਹਦੇ ਨਾਲ ਜਿਹੜਾ ਪ੍ਰੋਟੀਨ, ਇਹ ਤਿੰਨ ਜਿਹੜੀਆਂ ਗੱਲਾਂ ਨੇ ਮੇਨ ਰੋਲ ਅਦਾ ਕਰਦੀਆਂ ਨੇ ਹੱਡੀਆਂ ਨੂੰ ਸਟਰੋਂਗ ਕਰਨ ਵਾਸਤੇ। ਥੋੜਾ ਬਹੁਤਾ ਵੀ ਤੁਹਾਡੀ ਮੂਵਮੈਂਟ ਹੋਈ ਤੁਹਾਡੀ ਹੱਡੀ ਹੋ ਜਾਣੀ ਕਰੈਕ। ਮੋਸਟ ਆਫ ਦੀ ਟਾਈਮ ਜਿਹੜਾ ਨਾ ਹਿਪ ਦਾ ਫ੍ਰੈਕਚਰ ਹੁੰਦਾ ਜਾਂ ਤੁਹਾਡੀਆਂ ਇਹਦਾ ਆਰਮਸ ਦਾ। ਡਾਕਟਰ ਸਾਹਿਬ 3-4 ਪੁਆਇੰਟ ਵੀ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਕਿਹਾ ਕਿ 60 ਸਾਲ ਤੋਂ 65 ਸਾਲ ਦੀ ਉਮਰ ਤੋਂ ਜ਼ਿਆਦਾ ਹੋ ਜਾਂਦੇ ਆ, ਕੀ ਇਹ ਹੱਡੀਆਂ ਵਾਲੀ ਕਮਜ਼ੋਰੀ ਆ ਇਹ ਪਹਿਲਾਂ ਵੀ ਹੋ ਸਕਦੀ ਹੈ? ਉਹ ਜਿਹੜੀਆਂ ਨਾ ਤਕਲੀਫਾਂ ਦੇ ਨਾ ਹੋਰ ਨੇ, ਪਰ ਜਿਹੜੀਆਂ ਐਕਚੁਅਲੀ ਆਸਟੀਓਪਰੋਸਿਸ ਦੇ ਹੱਡੀਆਂ ਦਾ ਭੁਰਨਾ ਇਹ ਥੋੜੀ ਵੱਧ ਉਮਰ ਸਪੈਸੀਫਿਕਲੀ ਏਜ ਰਿਲੇਟਡ ਤੇ ਜਿਹੜੀਆਂ ਕੰਡੀਸ਼ਨਸ ਕਰਕੇ ਹੁੰਦਾ। ਸੋ ਆਪਾਂ ਇਹਨੂੰ ਬਾਕੀਆਂ ਚੀਜ਼ਾਂ ਨਾਲ ਕਨਫਿਊਜ਼ ਨਹੀਂ ਕਰਨਾ। ਦੇਖ ਰਹੇ ਹੋ ਸਾਂਝਾ ਟੀਵੀ, ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹੈਲਥ ਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਮੋਸਟਲੀ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਉਣ ਦੀ, ਕਿਉਂਕਿ ਹੈਲਥ ਹਰ ਕਿਸੇ ਦੀ ਡਿਫਰੈਂਟ ਹੁੰਦੀ ਹੈ। ਹਰ ਕਿਸੇ ਕੋਲ ਫੈਮਿਲੀ ਡਾਕਟਰ ਡਿਫਰੈਂਟ ਹੈ, ਹਰ ਕਿਸੇ ਦੀ ਕੰਡੀਸ਼ਨ ਵੱਖਰੀ ਹੈ। ਪਰ ਅਸੀਂ ਸਾਡੀ ਨੌਲੇਜ ਨੂੰ ਇੰਨਾ ਕੁ ਵਧਾ ਲਈਏ ਕਿ ਘਰ ਦੇ ਵਿੱਚ ਰਹਿੰਦੇ ਹੋਏ ਸਾਨੂੰ ਪਤਾ ਹੋਵੇ ਕਿ ਅਸੀਂ ਡਾਕਟਰ ਕੋਲ ਕਿਹੜੀ ਗੱਲ ਲੈ ਕੇ ਜਾਣੀ ਹੈ, ਫੈਮਿਲੀ ਮੈਂਬਰਸ ਦੇ ਨਾਲ ਅਸੀਂ ਕਿਹੜੀ ਗੱਲ ਸ਼ੇਅਰ ਕਰਨੀ ਹੈ, ਸਾਨੂੰ ਆਪ ਨੂੰ ਆਪਣੀ ਹੈਲਥ ਦੇ ਬਾਰੇ ਕਿੰਨਾ ਕੁ ਕੁਝ ਪਤਾ ਹੋਣਾ ਚਾਹੀਦਾ। ਅਸੀਂ ਬਿਮਾਰੀਆਂ ਦੇ ਬਾਰੇ ਵੀ ਗੱਲ ਕਰਦੇ ਹਾਂ, ਜਰਨਲ ਗੱਲ ਵੀ ਕਰਦੇ ਹਾਂ, ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਦੇ ਹਾਂ, ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ। ਤੇ ਡਾਕਟਰ ਗੁਲਜ਼ਾਰ ਚੀਮਾ ਹਮੇਸ਼ਾ ਸਟੂਡੀਓ ਦੇ ਵਿੱਚ ਆਉਂਦੇ ਨੇ ਤੇ ਇਹ ਸਾਰੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਾ ਕੇ ਜਾਂਦੇ ਨੇ। ਵਲੰਟੀਅਰ ਤੌਰ ਦੇ ਉੱਤੇ ਕੰਮ ਕਰਦੇ ਨੇ ਤੇ ਜਦੋਂ ਵੀ ਉਹ ਸਟੂਡੀਓ ਦੇ ਵਿੱਚ ਆਉਂਦੇ ਨੇ ਤੇ ਸਿਰਫ ਹੈਲਥ ਦੇ ਅਕੋਰਡਿੰਗ ਨਹੀਂ, ਜੋ ਵੀ ਕੁਝ ਸਾਡੇ ਸਮਾਜ ਦੇ ਵਿੱਚ, ਸੋਸਾਇਟੀ ਦੇ ਵਿੱਚ ਨਵਾਂ ਚੱਲ ਰਿਹਾ, ਕੁਝ ਨਵੀਂ ਅਪਡੇਟ ਹੋਈ ਆ, ਉਸ ਦੇ ਬਾਰੇ ਦੱਸਦੇ ਰਹਿੰਦੇ ਨੇ। ਅੱਜ ਇੱਕ ਟੌਪਿਕ ਇਹਨਾਂ ਨੇ ਕਿਹਾ ਕਿ ਅੱਜ ਇਸ ਦੇ ਉੱਤੇ ਅਰਸ਼ ਗੱਲਬਾਤ ਹੋਣੀ ਹੈ। ਗੱਲਬਾਤ ਅੱਜ ਕਰਨੀ ਆ ਹੱਡੀਆਂ ਦੇ ਭੁਰਨ ਬਾਰੇ, ਕਿਉਂਕਿ ਇਹ ਬਿਮਾਰੀ ਬਹੁਤ ਜ਼ਿਆਦਾ ਲੋਕਾਂ ਨੂੰ ਹੈ ਕਿ ਹੱਡੀਆਂ ਕਮਜ਼ੋਰ ਹੋ ਗਈਆਂ, ਹੱਡੀਆਂ ਭੁਰਨ ਲੱਗ ਗਈਆਂ, ਹੱਡੀਆਂ ਟੁੱਟਣ ਲੱਗ ਗਈਆਂ। ਅਸੀਂ ਜਦੋਂ ਆਸਟੀਓਪਰੋਸਿਸ ਨਾਂ ਦੀ ਬਿਮਾਰੀ ਦੀ ਗੱਲ ਕਰਦੇ ਹਾਂ ਤੇ ਇਹੀ ਹੁੰਦਾ ਕਿ ਹੱਡੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਨੇ। ਕਿਉਂ ਹੁੰਦੀਆਂ ਨੇ, ਕੀ ਕਰਨਾ ਚਾਹੀਦਾ ਹੈ, ਕਿੰਨਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਪਾਈ ਜਾਂਦੀ ਹੈ, ਇਸ ਸਭ ਬਾਰੇ ਅੱਜ ਗੱਲਬਾਤ ਹੋਵੇਗੀ। ਤੇ ਆਓ ਫਿਰ ਸਵਾਗਤ ਕਰਦੇ ਹਾਂ ਡਾਕਟਰ ਗੁਲਜ਼ਾਰ ਚੀਮਾ ਦਾ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸਾਰਿਆਂ ਨੂੰ ਮਿਲਣ ਦਾ ਮੌਕਾ ਮਿਲਦਾ ਇਸ ਤਰੀਕੇ ਨਾਲ। ਮੈਂ ਸਮਝਦਾ ਕਿ ਠੀਕ ਹੈ, ਸਾਨੂੰ ਸਾਰਿਆਂ ਨੂੰ ਆ ਕੇ ਕਦੀ ਨਾ ਕਦੀ ਸਰਵਿਸ ਕਰਨੀ ਚਾਹੀਦੀ ਹੈ। ਕਮਿਊਨਿਟੀ ਦਾ ਵਾਸਤੇ ਅਸੀਂ ਜਿਸ ਕਮਿਊਨਿਟੀ ਵਿੱਚ ਅਸੀਂ ਰਹਿੰਦੇ ਹਾਂ, ਜਿੱਥੇ ਕੰਮ ਕਰਨੇ ਆ, ਫਰਜ਼ ਬਣਦਾ ਕਿ ਟਾਈਮ ਟੂ ਟਾਈਮ ਸਾਰੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਕੰਟਰੀਬਿਊਸ਼ਨ ਕਰੀਏ। ਪਰ ਮੈਂ ਸਮਝਦਾ ਕਿ ਜਿਹੜਾ ਹੈਲਥ ਬਾਰੇ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਬਹੁਤ ਸਾਲਾਂ ਤੋਂ, ਅਸੀਂ ਡਿਫਰੈਂਟ ਪਲੇਟਫਾਰਮ ਤੋਂ ਮੈਂ ਪ੍ਰੋਗਰਾਮ ਕਰਨਾ ਤੇ ਮੈਂ ਸਾਰਿਆਂ ਨੂੰ ਮੈਂ ਸ਼ੇਅਰ ਇਸ ਕਰਕੇ ਕਰਨਾ ਹੁੰਦਾ ਕਿ ਤੁਹਾਨੂੰ ਨੌਲੇਜ ਐਨਫ ਚਾਹੀਦਾ ਤੁਹਾਡੇ ਕੋਲ ਕਿ ਤੁਸੀਂ ਮੋਸਟ ਜਿਹੜੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਆਪ ਕਰ ਸਕਦੇ ਹੋ ਉਹ ਤੁਸੀਂ ਸਮਝੋ। ਤੁਹਾਡੇ ਕੋਲ ਚੰਗੇ ਸਵਾਲ ਪੁੱਛਣ ਵਾਸਤੇ ਟਾਈਮ ਹੁੰਦਾ ਫਿਰ, ਜਾਂ ਤੁਸੀਂ ਜਦੋਂ ਹਸਪੀਟਲ ਜਾਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੀ ਗੱਲ ਤੁਸੀਂ ਕਰ ਸਕਦੇ ਹੋ। ਫਿਰ ਨਾਲ ਆਪਾਂ ਕਈ ਵਾਰੀ ਇਹ ਵੀ ਸ਼ੇਅਰ ਕੀਤਾ ਸਾਰੇ ਪ੍ਰੋਗਰਾਮਾਂ ਵਿੱਚ ਕਿ ਘਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਰਿਸਪੌਂਸੀਬਲ ਇੱਕ ਆਦਮੀ ਨੂੰ ਜ਼ਰੂਰ ਬਣਾਓ ਕਿ ਜਿਹੜਾ, ਜੇ ਤੁਸੀਂ ਬਜ਼ੁਰਗ ਹੋ, ਤੁਸੀਂ ਜਾਂ ਤੁਹਾਨੂੰ ਕੋਈ ਡਿਸੇਬਿਲਿਟੀ ਇਸ਼ੂਜ਼ ਨੇ ਜਾਂ ਕੋਈ ਤੁਹਾਡੀ ਮੇਜਰ ਹੈਲਥ ਦਾ ਇਸ਼ੂ ਹੈ ਤੇ ਉਹ ਜਿਹੜਾ ਇਨਸਾਨ ਹੈ ਉਹ ਸਿਸਟਮ ਦਾ ਜਿਹੜਾ ਵੀ ਬੰਦਾ ਰਿਸਪੌਂਸੀਬਲ ਉਹਦੇ ਨਾਲ ਗੱਲ ਕਰੇ। ਕਿਉਂਕਿ ਟਾਈਮ ਟੂ ਟਾਈਮ ਐਕਸਪੀਰੀਅੰਸ ਮੈਂ ਰੋਜ਼ ਵੇਖਦਾ ਕਿਸੇ ਨਾ ਕਿਸੇ ਦੇ ਗੱਲ ਦੇ ਥਰੂ, ਜਾਂ ਡਾਇਰੈਕਟਲੀ ਕੋਈ ਪੇਸ਼ੈਂਟ ਕੋਈ ਮੇਰਾ ਹੋਏ ਜਾਂ ਕਿਸੇ ਹੋਰ ਦਾ, ਜਾਂ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਕਮਿਊਨਿਟੀ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਹੈ, ਕੋਈ ਕਾਲ ਕਰਨ ਤੇ ਉਹਨਾਂ ਨਾਲ ਸ਼ੇਅਰ ਕਰੀਦੀ ਹੈ ਇਨਫੋਰਮੇਸ਼ਨ। ਕਿ ਹਸਪੀਟਲ ਦੇ ਵਿੱਚ ਇਹ ਹੁੰਦਾ ਕਿ ਜਦੋਂ ਪੇਸ਼ੈਂਟ ਕੋਈ ਜਾਂਦਾ ਕਿੰਨੇ ਜਾਣੇ ਉਹ 'ਚ ਇਨਵੋਲਵ ਹੋ ਜਾਂਦੇ ਨੇ। ਫਿਰ ਜਦੋਂ ਮੇਜਰ ਫੈਸਲੇ ਕਰਨੇ ਦਾ ਟਾਈਮ ਆਉਂਦਾ ਨਾ ਕਰਨ ਦਾ, ਫਿਰ ਉਹਦੇ ਵਿੱਚ ਬੜੀ ਕਨਫਿਊਜ਼ਨ ਜਿਹਾ ਹੁੰਦਾ। ਅੱਜ ਕੱਲ੍ਹ ਇਹ ਹੁੰਦਾ ਕਿ ਕਈ ਵਾਰੀ ਕਹਿਣਗੇ ਵੀ ਫੈਮਿਲੀ ਡਾਕਟਰ ਨੂੰ ਤਾਂ ਬਾਅਦ 'ਚ ਕਰਾਂਗੇ ਗੱਲ, ਪਹਿਲਾਂ ਤੁਹਾਡੇ ਨਾਲ ਕਰਦੀ। ਉਹ
ਜਦੋਂ ਤੁਹਾਡੇ ਨਾਲ ਸਿਸਟਮ ਇਹੋ ਜਿਹਾ ਕੋਈ ਕਰਨ ਦੀ ਟਰਾਈ ਕਰਦਾ ਕਿ ਤੁਹਾਡਾ ਕੋਈ ਰਿਲੇਟਿਵ ਹਸਪੀਟਲ ਦੇ ਵਿੱਚ ਤੁਹਾਨੂੰ ਪੁਸ਼ ਕਰਨ ਦੀ ਟਰਾਈ ਕਰਦੇ ਪਏ ਨੇ, ਤੁਹਾਡੇ 'ਤੇ ਕੋਈ ਡਿਸੀਜਨ ਕੋਈ ਇਨਫੋਰਸ ਕਰਨ ਦੀ ਟਰਾਈ ਕਰਦੇ ਪਏ ਨੇ, ਜਾਂ ਤੁਸੀਂ ਫੀਲ ਕਰਦੇ ਹੋ ਨੋਇੰਗਲੀ ਜਾਂ ਅਨਨੋਇੰਗਲੀ ਹੋ ਰਿਹਾ, ਹੋ ਸਕਦਾ ਕਿ ਇਹੋ ਤਰੀਕਾ ਉਹਨਾਂ ਦਾ, ਪਰ ਤੁਸੀਂ ਆਪਣੇ ਫੈਮਿਲੀ ਡਾਕਟਰ ਨੂੰ ਗੱਲ ਕਰ ਲਿਆ ਕਰੋ, ਸਲਾਹ ਕਰ ਲਿਆ ਕਰੋ ਕਿ ਇਸ ਤੋਂ ਪਹਿਲਾਂ ਕਿ ਕੋਈ ਤੁਹਾਡਾ ਮਰੀਜ਼ ਹੈ ਉਹਨੂੰ ਉਹਨਾਂ ਨੇ ਘਰ ਭੇਜਣਾ ਜਾਂ ਉਹਨਾਂ ਨੂੰ ਰੀਹੈਬਿਲਿਟੇਸ਼ਨ ਵਿੱਚ ਭੇਜਣਾ ਜਾਂ ਕੋਈ ਉਹਨਾਂ ਦੀ ਮੇਜਰ ਪ੍ਰੋਬਲਮ ਹੈ। ਸੋ ਮੈਂ ਚਾਹੁੰਦਾ ਵੀ ਸਾਰੇ ਨਾ ਥੋੜ੍ਹਾ ਜਿਹਾ ਇਹਦੇ ਬਾਰੇ ਧਿਆਨ ਦਿਓ, ਤੁਹਾਡਾ ਟਾਈਮ ਵੀ ਬਚੇਗਾ, ਹਸਪੀਟਲ ਦਾ ਬਚੇਗਾ, ਅਤੇ ਜਿਹੜਾ ਜਿਹਨੂੰ ਕੋਈ ਪ੍ਰੋਬਲਮ ਹੈ ਉਹਨੂੰ ਵੀ ਫਾਇਦਾ ਹੁੰਦਾ। ਸੋ ਅੱਜ ਮੈਂ ਗੱਲ ਕਰਨੀ ਚਾਹੁੰਦਾ ਆਸਟੀਓਪਰੋਸਿਸ ਦੀ, ਜਿਹੜੀਆਂ ਹੱਡੀਆਂ ਦਾ ਖੁਰਨਾ। ਗੱਲ ਇੱਥੋਂ ਸ਼ੁਰੂ ਕਰੋ ਕਿ ਤੁਸੀਂ ਸੁਣਿਆ ਹੋਣਾ ਕਈ ਵਾਰੀ ਵੀ ਆਹ ਬੰਦਾ ਬਿਲਕੁਲ ਠੀਕ ਠਾਕ ਸੀ, ਆ ਇਨਸਾਨ ਨੂੰ ਕੋਈ ਪ੍ਰੋਬਲਮ ਨਹੀਂ ਸੀ, ਅਤੇ ਇਹਦੀ ਹੱਡੀ ਕਿੱਦਾਂ ਕਰੈਕ ਹੋ ਗਈ। ਇਹ ਤਾਂ ਥੋੜ੍ਹਾ ਜਿਹਾ ਡਿੱਗਾ ਸੀ, ਇਹਨਾਂ ਨੇ ਕੋਈ ਚੀਜ਼ ਕੋਈ ਲਿਫਟ ਵੀ ਨਹੀਂ ਕੀਤੀ, ਸੋਫੇ ਤੋਂ ਉੱਠੇ ਨੇ ਜਾਂ ਆਪਣੇ ਬੈੱਡ ਤੋਂ ਉੱਠੇ ਨੇ, ਵਾਸ਼ਰੂਮ ਗਏ ਨੇ, ਥੋੜ੍ਹੇ ਜਿਹੇ ਤਿਲਕੇ ਨੇ ਅਤੇ ਫ੍ਰੈਕਚਰ ਹੋ ਗਿਆ। ਅਤੇ ਉਹ ਫਿਰ ਜਦੋਂ ਇਹੋ ਜਿਹੀ ਗੱਲ ਹੁੰਦੀ ਹੈ, ਉਹ 3-4 ਗੱਲਾਂ ਹੁੰਦੀਆਂ ਨੇ ਮਾਈਂਡ ਦੇ ਸਾਰਿਆਂ ਦੇ। ਪਹਿਲੀ ਗੱਲ ਤਾਂ ਹੁੰਦਾ ਕਿ ਇਹ ਹੋ ਕਿਸ ਤਰ੍ਹਾਂ ਗਿਆ, ਇਹ 'ਚ ਕਸੂਰ ਕਿਹਦਾ। ਆਪਾਂ ਸਾਰੇ ਕਸੂਰ ਵਾਲੇ ਪਾਸੇ ਦੇਖਦੇ ਹਾਂ। ਫਿਰ ਉਹਨਾਂ ਨੇ ਦੇਖਣਾ ਵੀ ਇਹ ਜਦੋਂ ਹਸਪੀਟਲ ਜਾਣਾ, ਅਤੇ ਹਸਪੀਟਲ ਦੇ ਜਦੋਂ ਤੁਹਾਡੇ ਉਹਨਾਂ ਨੇ ਐਕਸਰੇ ਕੀਤੇ, ਐਮਰਜੈਂਸੀ ਡਾਕਟਰ ਨੇ ਡਾਇਗਨੋਸਿਸ ਕੀਤਾ, ਉੱਥੇ ਹਰ ਤਰ੍ਹਾਂ ਦਾ ਬੰਦਾ ਬੈਠਾ। ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਮਰੀਜ਼ ਦਾ ਕੀ ਸਿਚੁਏਸ਼ਨ ਸੀ, ਕੀ ਗੱਲਬਾਤ ਸੀ। ਉਹਨਾਂ ਨੇ ਕਹਿਣਾ ਵੀ ਉਹ ਵੀ ਇੱਕ ਕਿਸਮ ਦਾ ਨਾ ਡਾਊਟ ਜਿਹਾ ਕ੍ਰੀਏਟ ਕਰਦੇ ਨੇ ਵੀ ਡਾਕਟਰ ਤੁਹਾਡੇ ਬਾਰੇ, ਕਿਸੇ ਵੀ ਡਾਕਟਰ ਬਾਰੇ ਵੀ ਕੀ ਹੋ ਗਿਆ, ਕਿਸ ਤਰ੍ਹਾਂ ਹੋ ਗਿਆ। ਪਰ ਇਹ ਜਿਹੜਾ ਆਸਟੀਓਪਰੋਸਿਸ ਹੈ, ਇਹ ਨਾ ਤਾਂ ਕਸੂਰ ਹੈ ਕਿਸੇ ਡਾਕਟਰ ਦਾ ਅਤੇ ਨਾ ਹੀ ਤੁਹਾਡਾ। ਇਹ ਸੱਚ ਇਹ ਹੁੰਦਾ ਕਿ ਜਿਹੜੀਆਂ ਸਾਡੀਆਂ ਹੱਡੀਆਂ ਨੇ, ਇਹ ਜਦੋਂ ਅਸੀਂ ਬਚਪਨ ਤੋਂ ਲੈ ਕੇ ਹੱਡੀਆਂ ਇੱਕ ਹੈਗਾ, ਇਹ ਇੱਕ ਕਿਸਮ ਦਾ ਲਿਵਿੰਗ ਹੈਗਾ ਬਾਡੀ ਦਾ ਆਰਗੇਨਿਜ਼ਮ, ਇਹ ਆਰਗਨ ਹੈ ਬਾਡੀ ਦਾ, ਕਿ ਇਹ ਬਣਦਾ ਰਹਿੰਦਾ। ਹੱਡੀਆਂ ਜਿਹੜੀਆਂ ਇਹਦਾ ਬੋਨ ਮਾਸ ਬਣਦਾ ਅਤੇ ਨਾਲ ਉਹਦਾ ਖੁਰਦਾ ਵੀ ਹੈ। ਸੋ 30 ਸਾਲ ਦੀ ਉਮਰ ਤੱਕ ਇਹਦਾ ਬਣਦਾ ਰਹਿੰਦਾ। ਉਸ ਤੋਂ ਬਾਅਦ ਫਿਰ ਜਿਹੜਾ ਹੱਡੀਆਂ ਦਾ ਹਿੱਸਾ ਨਾ ਬਣਦਾ ਉਹ ਘੱਟ ਹੈ, ਅਤੇ ਜਿਹੜਾ ਖੁਰਦਾ ਉਹ ਜ਼ਿਆਦਾ ਹੁੰਦਾ। ਕਿਉਂਕਿ ਇਹਦੇ ਵਿੱਚੋਂ ਇਹ ਗੱਲ ਜਾਣਨੀ ਤਾਂ ਜ਼ਰੂਰੀ ਹੈ ਕਿ ਅਸੀਂ ਕਈ ਵਾਰੀ ਸੋਚਦੇ ਹਾਂ ਵੀ ਯੰਗ ਨੂੰ ਤਾਂ ਹੋਣਾ ਨਹੀਂ, ਫ੍ਰੈਕਚਰ ਬਹੁਤ ਘੱਟ ਹੁੰਦੇ ਨੇ ਜਿਹੜੀ ਇਸ ਉਮਰ ਦੇ, ਇਸੇ ਕਾਰਨ ਕਰਕੇ ਹੁੰਦੇ ਨੇ। ਹੱਡੀਆਂ ਸਾਡੀਆਂ ਸਟਰੋਂਗ ਹੁੰਦੀਆਂ, ਹੱਡੀਆਂ ਦੇ ਵਿੱਚ ਹੋ ਗਿਆ ਕੈਲਸ਼ੀਅਮ, ਹੋ ਗਿਆ ਫਾਸਫੇਟ, ਹੋ ਗਿਆ, ਅਤੇ ਇਹਦੇ ਨਾਲ ਜਿਹੜਾ ਪ੍ਰੋਟੀਨ, ਇਹ 3 ਜਿਹੜੀਆਂ ਗੱਲਾਂ ਨੇ ਮੇਨ ਰੋਲ ਅਦਾ ਕਰਦੀਆਂ ਨੇ ਹੱਡੀਆਂ ਨੂੰ ਸਟਰੋਂਗ ਕਰਨ ਵਾਸਤੇ। ਨਾਲ ਫਿਜ਼ੀਕਲ ਐਕਟੀਵਿਟੀ ਜਿਹੜੀ ਤੁਹਾਡੀ ਬੜੀ ਐਕਟਿਵ ਹੋਣਾ ਤੁਹਾਡੇ ਵਾਸਤੇ ਬੜਾ ਜ਼ਰੂਰੀ ਹੈ। ਸੋ ਜਦੋਂ ਜਿਉਂ ਸਾਡੀ ਉਮਰ ਬੀਤਦੀ ਹੈ, ਉਹ ਜਿਹੜਾ ਰੇਸ਼ੋ ਹੈ ਹੱਡੀਆਂ ਖੁਰਨ ਵਾਲੀ ਉਹ ਜ਼ਿਆਦਾ ਹੁੰਦੀ ਹੈ, ਅਤੇ ਜਿਹੜੀ ਬਣਨ ਵਾਲੀ ਘੱਟ। ਇੱਕ ਸਟੇਜ ਇਹੋ ਜਿਹੀ ਆਉਂਦੀ ਹੈ ਕਿ ਜਿਸ ਤਰ੍ਹਾਂ ਮੋਸਟਲੀ 60-65 ਤੋਂ ਬਾਅਦ ਕਿ ਹੱਡੀਆਂ ਦਾ ਜਿਹੜਾ ਨਾ ਉਹ ਖੁਰਨਾ ਜਿਹੜਾ ਵੱਧ ਜਾਂਦਾ, ਅਤੇ ਹੱਡੀਆਂ ਵਿੱਚੋਂ ਪੋਲੀਆਂ ਹੋ ਕੇ, ਅਤੇ ਜਦੋਂ ਤੁਸੀਂ ਮੈਂ ਜਿਸ ਤਰ੍ਹਾਂ ਗੱਲ ਕੀਤੀ ਵੀ ਥੋੜ੍ਹਾ ਬਹੁਤਾ ਵੀ ਤੁਹਾਡੀ ਮੂਵਮੈਂਟ ਹੋਈ, ਤੁਹਾਡੀ ਹੱਡੀ ਹੋ ਜਾਣੀ ਕਰੈਕ। ਮੋਸਟ ਆਫ ਦੀ ਟਾਈਮ ਜਿਹੜਾ ਨਾ ਹਿਪ ਦਾ ਫ੍ਰੈਕਚਰ ਹੁੰਦਾ, ਜਾਂ ਤੁਹਾਡੀਆਂ ਇਹਦਾ ਆਰਮਸ ਦਾ ਹੁੰਦਾ। 2 ਚੀਜ਼ਾਂ ਦਾ ਫ੍ਰੈਕਚਰ ਹੁੰਦਾ। ਕਈ ਵਾਰੀ ਕਹਿਣਗੇ ਵੀ ਮੈਂ ਤਾਂ ਬਸ ਗਿਆ ਸੀ ਥੋੜ੍ਹਾ ਜਿਹਾ, ਅਤੇ ਮੇਰਾ ਫ੍ਰੈਕਚਰ ਹੋ ਗਿਆ। ਸੋ ਇਹ ਗੱਲ ਤਾਂ ਹੈ ਵੀ ਇਹ ਹੈਗਾ ਨੋਰਮਲ ਜਿਹੜਾ ਪੈਟਰਨ ਜਿਸ ਤਰ੍ਹਾਂ ਆਪਾਂ ਚੱਲਦਾ। ਇਹ ਜਿਹੜਾ ਇਹਦੇ ਵਿੱਚੋਂ ਗੱਲਾਂ 3-4 ਨੇ ਨੋਟ ਕਰਨ ਵਾਲੀਆਂ। ਮੈਂ ਬਹੁਤ ਸਿੰਪਲ ਸਰਦ ਭਾਸ਼ਾ ਜਿਹੜੀ ਹੈ ਨਾ, ਸਰਲ ਭਾਸ਼ਾ ਦੇ ਵਿੱਚ ਮੈਂ ਐਕਸਪਲੇਨ ਕਰਨ ਦੀ ਟਰਾਈ ਕਰਨਾ ਪਿਆ, ਕਿਉਂਕਿ ਇਹਨੂੰ ਮੈਂ ਕੰਪਲੀਕੇਟ ਨਹੀਂ ਕਰਨਾ। ਕਿ ਜਦੋਂ ਵੀ ਤੁਸੀਂ ਸਪੋਜ਼ ਵੀ ਇਹ ਵਾਰ ਸਵਾਲ ਆਉਂਦਾ ਵੀ ਇਹ ਔਰਤਾਂ ਵਿੱਚ ਕਾਮਨ ਹੈ ਜ਼ਿਆਦਾ ਅਤੇ ਬੰਦਿਆਂ ਵਿੱਚ ਘੱਟ ਹੈ। 4 ਟਾਈਮ ਜਿਹੜਾ ਨਾ ਔਰਤਾਂ ਵਿੱਚ ਜ਼ਿਆਦਾ ਫ੍ਰੈਕਚਰ ਹੁੰਦਾ ਅਤੇ ਬੰਦਿਆਂ 'ਚ ਘੱਟ ਹੁੰਦਾ। ਦੂਸਰੀ ਇਹ ਕਿਉਂ ਹੁੰਦਾ ਕਿ ਇਹਦੇ ਕਈ ਨੇ ਰਿਸਕ ਫੈਕਟਰ, ਹਾਰਮੋਨਸ ਦਾ ਬੈਲੈਂਸ ਜਿਹੜਾ ਉਹਦਾ ਫਰਕ ਪੈ ਜਾਂਦਾ। ਜਦੋਂ ਵੀ ਐਸਟ੍ਰੋਜਨ ਲੈਵਲ ਬਾਡੀ ਵਿੱਚ ਘਟਦਾ ਤੁਹਾਡੀ ਲੇਡੀਜ਼ ਦਾ, ਉਸ ਟਾਈਮ 'ਤੇ ਫ੍ਰੈਕਚਰ ਹੋਣ ਦੇ ਜਿਹੜਾ ਹੱਡੀਆਂ ਦਾ ਖੁਰਨਾ ਉਹ ਵੱਧ ਜਾਂਦਾ, ਹੱਡੀਆਂ ਪੋਲੀਆਂ ਹੋ ਜਾਂਦੀਆਂ, ਫ੍ਰੈਕਚਰ ਹੋ ਜਾਂਦਾ। ਜਿਹੜੇ ਬੰਦੇ ਨੇ ਜਿਨ੍ਹਾਂ ਨੂੰ ਕਿ ਕੋਈ ਕੈਂਸਰ ਦੀ ਪ੍ਰੋਬਲਮ ਹੈ, ਜਾਂ ਕੋਈ ਸਮੋਕਿੰਗ ਕਰਦੇ ਪਏ ਨੇ, ਜਾਂ ਕੋਈ ਟਰੀਟਮੈਂਟ ਲੈ ਰਹੇ ਨੇ ਜਿਹਦੇ ਨਾਲ ਹਾਰਮੋਨਸ ਉਹਨਾਂ ਦੇ ਉੱਪਰ ਥੱਲੇ ਜਾਂਦੇ ਨੇ, ਉਹਨਾਂ ਨੂੰ ਵੀ ਫ੍ਰੈਕਚਰ ਹੋ ਜਾਂਦਾ। ਸੋ ਜਿਹੜੇ ਰਿਸਕ ਫੈਕਟਰ ਨੇ ਨਾ ਲੇਡੀਜ਼ ਦੇ ਏਜ ਕਰਕੇ, ਇਸ ਤੋਂ ਇਲਾਵਾ ਸਮੋਕਿੰਗ ਕਰਕੇ, ਫੂਡ ਦਾ
ਡਾਈਟ ਦਾ ਵੀ ਹੈਗਾ ਵੀ ਤੁਸੀਂ ਵਿਟਾਮਿਨ ਡੀ ਕਿੰਨਾ ਲੈ ਰਹੇ ਹੋ, ਡਾਕਟਰ ਸਾਹਿਬ ਕੈਲਸ਼ੀਅਮ ਦੀ ਵੀ ਪ੍ਰੋਬਲਮ ਨਾਲ ਹੋ ਜਾਂਦਾ ਹੈ। ਐਬਸੋਲੂਟਲੀ ਕੈਲਸ਼ੀਅਮ ਤੁਸੀਂ ਕਿੰਨਾ ਲੈ ਰਹੇ ਹੋ, ਤੇ ਖਾਸ ਕਰਕੇ ਜਿਹੜਾ ਵਿਟਾਮਿਨ ਡੀ ਹੁਣ ਜੇ ਧੁੱਪ 'ਚ ਨਹੀਂ ਤੁਸੀਂ ਗਏ ਤੇ ਵਿਟਾਮਿਨ ਡੀ ਤਾਂ ਬਣਨਾ ਨਹੀਂ। ਜੇ ਤੁਸੀਂ ਹੁਣ ਅੰਦਰ ਹੀ ਬੈਠੇ ਨੇ ਸਾਰੇ ਤਾਂ ਵਿਟਾਮਿਨ ਡੀ ਦੀ ਵੀ ਘਾਟ ਹੈਗੀ ਹੈ, ਕੈਲਸ਼ੀਅਮ ਦੀ ਘਾਟ ਹੈ, ਤੇ ਬੋਨ ਦੇ ਸਟਰਕਚਰ ਲਈ ਤਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਸੋ ਇਹ ਗੱਲਾਂ ਨੋਟ ਕਰੋ ਕਿ ਇੱਕ ਤਾਂ ਹੈਗਾ ਵੀ ਲੇਡੀਜ਼ ਵਿੱਚ ਜ਼ਿਆਦਾ ਕਾਮਨ ਹੈ, ਦੂਜਾ ਜਿਹੜਾ ਬੰਦਿਆਂ ਵਿੱਚ ਤਾਂ ਉਹ ਜਿਨ੍ਹਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈ, ਪਲੱਸ ਜਿਨ੍ਹਾਂ ਨੂੰ ਕੋਈ ਬਾਡੀ ਦਾ ਕੋਈ ਕਿਸੇ ਨੂੰ ਕੋਈ ਮੇਜਰ ਇਲਨੈਸ ਹੈਗੀ ਹੈ, ਤੁਹਾਡੀ ਮੋਬਿਲਿਟੀ ਜਿਹੜੀ ਠੀਕ ਨਹੀਂ ਹੈਗੀ, ਤੁਹਾਨੂੰ ਕਰੋਨਿਕ ਜਿਹੜੀਆਂ ਬਿਮਾਰੀਆਂ ਸੀ ਉਹ ਹੈਗੀਆਂ ਨਾਲ ਜੁੜੀਆਂ ਨੇ। ਸੋ ਜਦੋਂ ਵੀ ਤੁਹਾਨੂੰ ਇਹ ਤੁਹਾਡੇ ਡਾਕਟਰ ਨੇ ਜਦੋਂ ਤੁਹਾਡਾ ਡਾਇਗਨੋਸਿਸ ਲੈਟਸ ਗੋ ਬੈਕ ਟੂ ਦੀ ਐਮਰਜੈਂਸੀ ਰੂਮ, ਕਿ ਜਦੋਂ ਉੱਥੇ ਪਹੁੰਚਦੇ ਹੋ ਤਾਂ ਉਹਨਾਂ ਨੇ ਕਹਿਣਾ ਤੁਹਾਡਾ ਫ੍ਰੈਕਚਰ ਹੋ ਗਿਆ। ਸੋ ਜਿਹੜਾ ਫ੍ਰੈਕਚਰ ਦੇ ਨਾਲ ਤੇ ਮੋਬਿਲਿਟੀ ਦਾ ਫਰਕ ਪੈਣਾ, ਫਿਰ ਤੁਹਾਡਾ ਉਹ ਇਲਾਜ ਕਰਨਗੇ। ਨੈਚੁਰਲੀ ਜਿਹੜਾ ਫ੍ਰੈਕਚਰ ਹੋਇਆ ਉਹਨੂੰ ਫਿਕਸ ਤੇ ਕਰਨਾ ਹੀ ਪੈਣਾ। ਉਸ ਤੋਂ ਬਾਅਦ 6 ਜਾਂ 8 ਹਫ਼ਤਿਆਂ ਤੱਕ ਤੁਸੀਂ ਠੀਕ ਹੁੰਦੇ ਹੋ। ਪਰ ਡਿਊਰਿੰਗ ਉਸ ਟਾਈਮ ਦੇ ਵਿੱਚ ਹੁੰਦਾ ਕਿ ਤੁਹਾਨੂੰ ਇਹਦੇ ਵਾਸਤੇ ਡਿਫਰੈਂਟ ਤਰ੍ਹਾਂ ਦੀਆਂ ਮੈਡੀਸਨਸ ਨੇ ਜਿਹੜੀਆਂ ਕਿ ਕੰਮ ਕਰਦੀਆਂ ਕਿ ਹੱਡੀਆਂ ਨੂੰ ਸਟਰੋਂਗ ਕਰਦੀਆਂ ਨੇ। ਉਹ ਜਿਹੜੀਆਂ ਮੈਡੀਸਨਸ ਨੇ ਉਹਨਾਂ ਦੇ ਡਿਫਰੈਂਟ ਨਾਂ ਨੇ, ਡਿਫਰੈਂਟ ਕੰਟਰੀਜ਼ ਡਿਫਰੈਂਟ ਜਿਹੜੀਆਂ ਨਾ ਫਾਰਮਾਸਿਊਟੀਕਲ ਕੰਪਨੀਜ਼ ਪ੍ਰੋਡਿਊਸ ਕਰਦੀਆਂ ਉਹਨਾਂ ਨੂੰ। ਉਹ ਕਈ ਵਾਰੀ ਅਵੇਲੇਬਲ ਪੂਰੀਆਂ ਹੁੰਦੀਆਂ, ਕਈ ਵਾਰੀ ਨਹੀਂ ਹੁੰਦੀਆਂ। ਹੋ ਸਕਦਾ ਵੀ ਕਈ ਉਹਨਾਂ 'ਚੋਂ ਕਵਰੇਜ ਹੈ ਜਾਂ ਨਹੀਂ ਹੈ। ਮੋਸਟਲੀ ਉਹ ਮੈਡੀਸਨ ਹੁੰਦੀ ਹੈ ਕਿ ਵਨਸ ਏ ਵੀਕ ਉਹ ਤੁਹਾਨੂੰ ਲੈਣੀ ਪੈਂਦੀ ਹੈ ਐਟਲੀਸਟ 3 ਸਾਲਾਂ ਵਾਸਤੇ। ਇਹਦੇ ਨਾਲ ਇੰਜੈਕਸ਼ਨਸ ਵੀ ਹੈ ਨੇ, ਟਵਾਈਸ ਏ ਈਅਰ ਤੁਹਾਨੂੰ ਇੰਜੈਕਸ਼ਨਸ ਅਵੇਲੇਬਲ ਨੇ ਕਿ ਤੁਸੀਂ ਲਵਾ ਸਕਦੇ ਹੋ। ਉਹ ਜਿਹੜੇ ਇੰਜੈਕਸ਼ਨ ਮਹਿੰਗੇ ਬੜੇ ਨੇ, ਸੋ ਅਸੀਂ ਸਾਰੇ ਟਰਾਈ ਕਰਨੇ ਹੁੰਦੇ ਜਾਂ ਫਾਰਮਾ ਕੇਅਰ ਵੀ ਕਵਰ ਨਹੀਂ ਕਰਨਾ ਉਹਨਾਂ ਨੇ ਕਹਿਣਾ ਵੀ ਤੁਸੀਂ ਜਿਹੜੀ ਮੈਡੀਸਨ ਕਵਰਡ ਹੈ ਉਹ ਲਓ। ਪਰ ਜੇ ਤੁਹਾਡੇ ਕੋਲ ਥਰਡ ਪਾਰਟੀ ਹੈਗਾ ਕਵਰੇਜ, ਪਰ ਬਜ਼ੁਰਗਾਂ ਕੋਲ ਤਾਂ ਹੈ ਨਹੀਂ, ਜਿਹੜੇ ਹੁਣ ਇੰਡੀਆ ਤੋਂ ਆਏ ਨੇ ਪਿਛਲੇ 15-20 ਸਾਲਾਂ 'ਚ, ਉਹਨਾਂ ਕੋਲ ਕਿੱਥੇ ਹੋਣਾ ਕਵਰੇਜ ਇਸ ਗੱਲ ਦਾ। ਸੋ ਉਹ ਫਿਰ ਮੁਸ਼ਕਿਲ ਹੋ ਜਾਂਦਾ। ਸੋ ਇਹ ਤਾਂ ਹੈਗਾ ਕਿ ਜਦੋਂ ਤੁਹਾਡਾ ਫ੍ਰੈਕਚਰ ਹੋ ਗਿਆ, ਤੁਹਾਡੀ ਟਰੀਟਮੈਂਟ ਕਰ ਦਿੱਤੀ, ਫਿਰ ਨਾਲ ਤੁਹਾਨੂੰ ਮੈਡੀਸਨ ਸ਼ੁਰੂ ਕਰਨੀ ਹੈ। ਮੈਡੀਸਨ ਜਿਹੜੀਆਂ ਲੋਕਾਂ ਦਾ ਸਵਾਲ ਹੁੰਦਾ ਕਿ ਵੀ ਮੈਡੀਸਨ ਕਿਉਂ 3 ਸਾਲਾਂ ਲਈ, ਕਿਉਂਕਿ ਜਿਹੜੀਆਂ ਹੱਡੀਆਂ 10 ਸਾਲਾਂ 'ਚ ਕਮਜ਼ੋਰ ਹੋਈਆਂ ਨੇ, ਵੀਕ ਹੋਈਆਂ, ਉਹਨਾਂ ਨੂੰ ਤਾਕਤ ਦੇਣ ਵਾਸਤੇ, ਉਹਨਾਂ ਦਾ ਜਿਹੜਾ ਬੋਨ ਮਾਸ ਹੈ ਇੰਨਾ ਬਣਾਉਣ ਵਾਸਤੇ ਜ਼ਰੂਰਤ ਪੈਣੀ ਹੈ ਕਿ ਮੈਡੀਸਨ ਲਓ। ਡਾਕਟਰ ਸਾਹਿਬ ਇਹਨਾਂ ਦੇ ਜਿਹੜੇ ਇਨੀਸ਼ੀਅਲ ਸਿੰਪਟਮ ਨੇ ਉਹ ਕੀ ਹੋ ਸਕਦੇ ਨੇ, ਕਿ ਕਿਵੇਂ ਪਤਾ ਲੱਗੇਗਾ ਕਿ ਸਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਕਮਜ਼ੋਰ ਹੋਣ ਲੱਗ ਗਈਆਂ ਨੇ? ਬਹੁਤ ਬੜਾ ਚੰਗਾ ਸਵਾਲ ਹੈ ਇਹ। ਇੱਕ ਤਾਂ ਪਹਿਲਾਂ ਵੇਖਣੀ ਏਜ। ਹੁਣ ਤੁਸੀਂ ਇਹ 65 ਸਾਲ ਦੇ ਨੇੜੇ ਤੇੜੇ ਜਾ ਕੇ ਹੱਡੀਆਂ ਜਿਹੜੀਆਂ ਨਾ ਉਹਨਾਂ ਦਾ ਜਿਹੜਾ ਕਮਜ਼ੋਰ ਵਾਲਾ ਹਿੱਸਾ ਵੱਧ ਜਾਂਦਾ, ਜਿਹੜਾ ਬੈਲੈਂਸ ਹੈ ਨਾ ਟੂਵਰਡਸ ਵੀ ਬੋਨ ਦੀ ਜਿਹੜੀ ਡਿਸਟਰਕਸ਼ਨ ਹੈ ਉਹ ਵੱਧ ਜਾਂਦੀ ਹੈ, ਤੇ ਜਿਹੜੀ ਬੋਨ ਫਾਰਮੇਸ਼ਨ ਬੜੀ ਘਟੀ ਹੁੰਦੀ ਹੈ। ਇਹਦਾ ਡਾਇਗਨੋਸਿਸ ਕਰਾਉਣ ਵਾਸਤੇ ਮੋਸਟ ਆਫ ਦੀ ਟਾਈਮ ਇਹ ਹੁੰਦਾ ਕਿ ਕੋਈ ਨਾ ਕੋਈ ਪੇਸ਼ੈਂਟ ਆਉਂਦਾ ਵੀ ਉਹਨੂੰ ਬੈਕ ਪੇਨ ਹੋ ਗਈ ਤੇ ਤੁਸੀਂ ਉਹਦਾ ਐਕਸਰੇ ਕੀਤਾ। ਜਦੋਂ ਐਕਸਰੇ ਕੀਤਾ ਤਾਂ ਉਹਨਾਂ ਨੇ ਕਹਿਣਾ ਵੀ ਹੱਡੀਆਂ ਇਹਨਾਂ ਦੀਆਂ ਬੜੀਆਂ ਭੁਰੀਆਂ ਨੇ, ਇਹਨਾਂ ਦਾ ਬੋਨ ਡੈਂਸਿਟੀ ਕਰਾਓ। ਸੋ ਜਿਹੜੀ ਬੋਨ ਡੈਂਸਿਟੀ ਉਹ ਹੈਗਾ ਪ੍ਰੋਪਰ ਟੈਸਟ, ਉਹ 65 ਈਅਰ ਤੋਂ ਬਾਅਦ ਤੁਸੀਂ ਕਰਾ ਸਕਦੇ ਹੋ। ਉਹਦੇ ਵਾਸਤੇ ਕੰਡੀਸ਼ਨਸ ਨੇ ਵੀ ਜੇ ਫੈਮਿਲੀ ਵਿੱਚ ਫ੍ਰੈਕਚਰ ਹੋਇਆ ਜਾਂ ਤੁਹਾਨੂੰ ਫ੍ਰੈਕਚਰ ਹੋਇਆ ਪਹਿਲਾਂ ਕੋਈ, ਜਾਂ ਤੁਸੀਂ ਕੋਈ ਸਟੀਰੋਇਡਸ ਲੈ ਰਹੇ ਹੋ, ਜਾਂ ਤੁਸੀਂ ਤੁਹਾਡਾ ਕੋਈ ਹਾਰਮੋਨਸ ਦੀ ਟ੍ਰੀਟਮੈਂਟ ਲੈ ਰਹੇ ਹੋ, ਇਸ ਤੋਂ ਇਲਾਵਾ ਤੁਸੀਂ ਇਨਐਕਟਿਵ ਹੋ, ਜਾਂ ਤੁਹਾਨੂੰ ਕੋਈ ਕੈਂਸਰ ਦੀ ਟ੍ਰੀਟਮੈਂਟ ਤੁਸੀਂ ਲਈ ਹੈ, ਤੁਹਾਡੀਆਂ ਹੱਡੀਆਂ ਕਮਜ਼ੋਰ ਨੇ, ਜਾਂ ਤੁਹਾਨੂੰ ਕੋਈ ਨਾਲ ਆਰਥਰਾਈਟਿਸ ਹੈਗਾ, ਜਾਂ ਜ਼ਿਆਦਾ ਸਮੋਕਿੰਗ ਕਰਦੇ ਪਏ ਹੋ, ਤੇ ਉਹ ਜਿਹੜੇ ਲੋਕ ਨੇ ਉਸ ਕੈਟੇਗਰੀ ਦੇ ਵਿੱਚ ਬੋਨ ਡੈਂਸਿਟੀ ਕਰਾਉਣੀ ਪੈਂਦੀ। ਉਹ ਫਿਰ BC ਸਾਰੇ ਕੰਟਰੀ ਵਿੱਚ ਤੇ ਕਵਰਡ ਹੈ। ਉਹਦਾ ਜਿਹੜੀ ਐਕਸਪਲੇਨੇਸ਼ਨ ਹੈ ਨਾ ਉਹ ਬੜੇ ਤਰੀਕੇ ਨਾਲ ਉਹ ਤੇ ਸਪੈਸ਼ਲਿਸਟ ਜਿਹੜੇ ਹੁੰਦੇ ਨੇ ਉਹੀ ਤੁਹਾਨੂੰ ਐਕਸਪਲੇਨੇਸ਼ਨ ਪ੍ਰੋਵਾਈਡ ਕਰਦੇ ਨੇ, ਤੇ ਫੈਮਿਲੀ ਡਾਕਟਰ ਕੋਲੋਂ ਨੋਟ ਹੀ ਆਉਂਦਾ ਵੀ ਇਸ ਆਦਮੀ ਦਾ ਰਿਸਕ ਹੈ 10% ਅਗਲੇ 5 ਸਾਲਾਂ ਵਿੱਚ, 20% ਅਗਲੇ 30 ਸਾਲਾਂ 'ਚ। ਇਸ ਤਰ੍ਹਾਂ ਦੀ ਜਿਹੜੀ ਹੈ ਨਾ ਉਹਦਾ ਡਾਇਗਨੋਸਿਸ ਉਸ ਹਿਸਾਬ ਨਾਲ ਡਿਸਕ੍ਰਿਪਸ਼ਨ ਹੁੰਦੀ ਹੈ, ਪਰ ਮੁਸ਼ਕਿਲ ਹੁੰਦਾ ਐਕਸਪਲੇਨ ਕਰਨਾ। ਮੈਂ ਤਾਂ ਗੱਲ ਅੱਜ ਮੈਂ ਪ੍ਰੋਗਰਾਮ ਬਾਰੇ ਗੱਲ ਕਰਨੀ ਸੀ। ਇੱਕੋ ਹੀ ਚਾਹੀਦੀ ਗੱਲ ਵੀ ਤੁਹਾਡਾ ਡਾਕਟਰ ਕਹੇ ਵੀ ਤੁਹਾਡੀਆਂ ਹੱਡੀਆਂ ਨੇ ਕਮਜ਼ੋਰ, ਰਿਸਕ ਤੁਹਾਨੂੰ ਹੈਗਾ ਫ੍ਰੈਕਚਰ ਤੁਹਾਡੇ ਹੋਣ ਦੇ ਬੜੇ ਇੰਨੇ ਚਾਂਸਸ। ਸੋ ਆਪਣੀ ਮੈਡੀਸਨ ਲਓ। ਕਈ ਵਾਰੀ ਮਹਿੰਗੀਆਂ ਸਨ ਪਹਿਲਾਂ ਮੈਡੀਸਨ, ਬਹੁਤ ਸਾਰੀਆਂ ਮਹਿੰਗੀਆਂ, ਹੌਲੀ ਇਹਨਾਂ ਨੇ ਉਹਦਾ ਪ੍ਰਾਈਸ ਠੀਕ ਕੀਤੀਆਂ। ਸੋ ਮੈਂ ਸਮਝਦਾ ਵੀ ਉਹ ਹੋਣਾ ਚਾਹੀਦਾ। ਇਸ ਤੋਂ ਇਲਾਵਾ ਜਿਹੜੀ ਐਕਟੀਵਿਟੀ ਹੈ ਨਾ ਬੜੀ ਇੰਪੋਰਟੈਂਟ ਹੈ। ਜਿਹੜੀ ਫਿਜ਼ੀਕਲ ਐਕਟੀਵਿਟੀ ਹੈ, ਕੋਈ ਵੀ ਜਿਹੜੀ ਬੋਨ ਹੈ ਉਹਨੂੰ ਬੋਨ ਦਾ ਕੰਮ ਤੇ ਤੁਹਾਡੀ ਜੁਆਇੰਟਸ ਨੂੰ ਮੇਨਟੇਨ ਕਰਨਾ, ਤੁਹਾਡੀ ਬਾਡੀ ਨੂੰ ਮੂਵਮੈਂਟ ਦੇਣੀ। ਇਸੇ ਕਰਕੇ ਜਿਹੜੀ ਵਾਕ ਹੈ ਉਹ ਬੜੀ ਕਰੂਸ਼ੀਅਲ। ਜਦੋਂ ਆਪਾਂ ਵਾਕ ਕਰਨੇ ਆ ਤੁਹਾਡੀ ਬਾਡੀ ਦੇ ਸਾਰੇ ਹਿੱਸੇ ਜਿਹੜੇ ਨਾ ਮੂਵ ਕਰਦੇ ਨੇ, ਪਰ ਜਿਹੜੀ ਮੋਸਟਲੀ ਜਿਹੜੀਆਂ ਮੇਜਰ ਬੋਨਸ ਨੇ ਉਹਨਾਂ ਵਿੱਚ ਇਹ ਪ੍ਰੋਬਲਮ ਆਉਂਦੀ ਹੈ। ਸੋ ਜਦੋਂ ਵੀ ਤੁਹਾਡਾ ਡਾਕਟਰ
ਇਫ ਆਈ ਹੈਵ ਟੂ ਸਮ ਅਪ ਵੀ ਇਹਦੇ ਵਿੱਚੋਂ 3-4 ਪੁਆਇੰਟ ਕਿਹੜੇ ਨੇ। ਡਾਕਟਰ ਸਾਹਿਬ 3-4 ਪੁਆਇੰਟ ਵੀ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਕਿਹਾ ਕਿ 60 ਸਾਲ ਤੋਂ 65 ਸਾਲ ਦੀ ਉਮਰ ਤੋਂ ਜ਼ਿਆਦਾ ਹੋ ਜਾਂਦੇ ਆ, ਕੀ ਇਹ ਹੱਡੀਆਂ ਵਾਲੀ ਕਮਜ਼ੋਰੀ ਆ ਇਹ ਪਹਿਲਾਂ ਵੀ ਹੋ ਸਕਦੀ ਹੈ ਕਿਸੇ ਨੂੰ, ਜਿਵੇਂ ਕੈਲਸ਼ੀਅਮ ਦੀ ਬਹੁਤ ਜ਼ਿਆਦਾ ਘਾਟ ਹੋਊਗੀ, ਵਿਟਾਮਿਨ ਡੀ ਦੀ ਬਹੁਤ ਜ਼ਿਆਦਾ ਘਾਟ ਹੋਊਗੀ, ਉਹਦੇ ਨਾਲ ਵੀ ਇਹ ਸਿੰਪਟਮ ਆਉਣੇ ਸ਼ੁਰੂ ਹੋ ਸਕਦੇ ਆ? ਉਹ ਜਿਹੜੀਆਂ ਨਾ ਤਕਲੀਫਾਂ ਦੇ ਨਾਂ ਹੋਰ ਨੇ, ਪਰ ਜਿਹੜੀਆਂ ਐਕਚੁਅਲੀ ਆਸਟੀਓਪਰੋਸਿਸ ਦੇ ਹੱਡੀਆਂ ਦਾ ਭੁਰਨਾ ਇਹ ਥੋੜੀ ਵੱਧ ਉਮਰ ਚ ਸਪੈਸੀਫਿਕਲੀ ਏਜ ਰਿਲੇਟਡ ਤੇ ਜਿਹੜੀਆਂ ਕੰਡੀਸ਼ਨਸ ਕਰਕੇ ਹੁੰਦਾ। ਸੋ ਆਪਾਂ ਇਹਨੂੰ ਬਾਕੀਆਂ ਚੀਜ਼ਾਂ ਨਾਲ ਕਨਫਿਊਜ਼ ਨਹੀਂ ਕਰਨਾ। ਪਰ ਜੇ ਸਪੋਜ਼ ਵੀ ਤੁਸੀਂ ਚਲੇ ਗਏ ਆਪਣੇ ਡਾਕਟਰ ਕੋਲ, ਉਹਨਾਂ ਤੁਹਾਡਾ ਕਿਸੇ ਕੰਮ ਲਈ ਐਕਸਰੇ ਕੀਤਾ, ਤੁਹਾਡੀ ਉਮਰ 60 65 70 ਦੇ ਨੇੜੇ ਹੈ, ਤੇ ਉਹ ਤੁਹਾਨੂੰ ਇੰਡੀਕੇਸ਼ਨ ਹੁੰਦੀ ਹੈ ਉਹਨੂੰ ਮੈਂ ਕਿ ਡਾਕਟਰ ਨੂੰ, ਤੇ ਕਿਉਂਕਿ ਜਦੋਂ ਅਸੀਂ ਫਾਰਮ ਭਰਨੇ ਆ ਤੁਹਾਨੂੰ ਟੈਸਟ ਕਰਾਉਣ ਵਾਸਤੇ, ਉਹਦੇ ਵਿੱਚ ਇੱਕ ਕਾਲਮ ਹੁੰਦਾ ਕਿ ਪਹਿਲਾਂ ਕੋਈ ਐਕਸਰੇ ਹੋਇਆ, ਪਹਿਲਾਂ ਬੋਨ ਡੈਂਸਿਟੀ ਤੁਹਾਡੀ ਹੋਈ ਹੈ, ਤੇ ਫਿਰ ਉਹ ਉੱਥੇ ਜਲਦੀ ਆ ਜਾਂਦੀ ਵਾਰੀ। BC ਵਿੱਚ ਤੇ ਹੁਣ ਸਿਸਟਮ ਬੜਾ ਚੰਗਾ ਕਿ ਤੁਹਾਡੀ ਵਾਰੀ ਆ ਜਾਂਦੀ ਹੈ। ਸੋ 3-4 ਪੁਆਇੰਟ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਪਹਿਲੀ ਗੱਲ ਤੇ ਹੈ ਕਿ ਐਕਟੀਵਿਟੀ ਆਪਣੀ ਠੀਕ ਰੱਖੋ, ਵਿਟਾਮਿਨ ਡੀ ਆਪਣਾ ਪੂਰਾ ਰੱਖੋ। ਵਿਟਾਮਿਨ ਡੀ ਜੇ ਸਵੇਰੇ ਅੱਧਾ ਘੰਟਾ ਧੁੱਪ 'ਚ ਜਾਣਾ ਤੇ ਤੁਹਾਨੂੰ 10,000 ਜਿਹੜੇ ਯੂਨਿਟ ਮਿਲ ਜਾਂਦੇ, ਪਰ ਬਹੁਤ ਲੋਕ ਹੀ ਨਹੀਂ ਜਾਂਦੇ। ਬਾਰਿਸ਼ ਹੁੰਦੀ ਹੈ, ਮੌਸਮ ਵੀ ਇਹੋ ਜਿਹਾ ਬੜਾ ਵਾਹੀਆਤ ਜਿੱਥੇ ਅਸੀਂ ਰਹਿੰਦੇ ਆ ਉੱਥੇ ਤਾਂ ਬਹੁਤ ਘੱਟ ਧੁੱਪ ਨਿਕਲਦੀ, ਇਸ ਕਰਕੇ ਵਿਟਾਮਿਨ ਡੀ ਜਿਹੜਾ ਨਾ 1000 ਜਿਹੜਾ ਨਾ ਯੂਨਿਟ ਲਿਆ ਕਰੋ। ਕੈਲਸ਼ੀਅਮ ਜਿਹੜਾ ਨਾ 600 ਮਿਲੀਗ੍ਰਾਮ ਜਾਂ 500 ਮਿਲੀਗ੍ਰਾਮ, ਇਹ ਸਾਰਾ ਇਕੱਠਾ ਲੈਣਾ ਚਾਹੀਦਾ, ਉਹਦੇ ਨਾਲ ਅਬਜ਼ਾਰਪਸ਼ਨ ਦਾ ਫਰਕ ਪੈਂਦਾ। ਨਾਲ ਜਿਹੜੇ ਬਾਕੀ ਵਿਟਾਮਿਨਸ ਨੇ, ਵਿਟਾਮਿਨ ਸੀ, ਹੋਰ ਜਿਹੜਾ ਜਨਰਲੀ ਜਿਹੜੀ ਡਾਈਟ ਹੈ ਸਾਡੀ ਜਿਹੜੀ ਹੈ ਨਾ ਬੈਲੈਂਸ ਡਾਈਟ ਬੜੀ ਹੁਣ ਇੰਪੋਰਟੈਂਟ ਹੈ। ਸੋ ਐਕਟੀਵਿਟੀ ਇਹਨਾਂ ਚੀਜ਼ਾਂ ਨੂੰ ਵਾਚ ਕਰੋ, ਤੇ ਜਿਹੜਾ ਆਪਣੇ ਟੈਸਟ ਕਰਾਓ। ਤੇ ਜਿਹੜਾ ਅਖੀਰਲਾ ਪੁਆਇੰਟ ਹੈ ਵੀ ਇਹਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਆਉਂਦੀ ਕਿ ਜਦੋਂ ਫ੍ਰੈਕਚਰ ਹੁੰਦਾ ਨਾ, ਕਿ ਜੇ ਉਹਨਾਂ ਨੂੰ ਕੋਈ ਨਾਲ ਹੋਰ ਕੋਈ ਹੈਲਥ ਦੀ ਕੰਡੀਸ਼ਨ ਹੈ ਤੇ ਉਹਨਾਂ ਦਾ ਕਾਫੀ ਪ੍ਰੋਬਲਮ ਵੱਜਦੀ ਹੈ, ਕੰਪਲਿਕੇਸ਼ਨਸ ਹੋਣ ਦੇ ਬੜੇ ਚਾਂਸਸ ਹੁੰਦੇ ਨੇ। ਸੋ ਇਹਨਾਂ ਚੀਜ਼ਾਂ ਨੂੰ ਵਾਚ ਕਰਨਾ ਚਾਹੀਦਾ ਕਿ ਅਗੇਨ ਮੈਂ ਰਿਪੀਟ ਕਰਾਂਗਾ ਕਿ ਆਪਣੀ ਬੋਨ ਡੈਂਸਿਟੀ ਦਾ ਚੈੱਕ ਕਰਾਓ, ਉਹਦੀ ਜਿਹੜੀ ਹੈ ਨਾ ਉਹਦਾ ਬਲੇਮ ਗੇਮ ਦੇ ਚੱਕਰ 'ਚ ਨਾ ਪਾਓ, ਤੇ ਦੇਖੋ ਵੀ ਕੀ ਕਰ ਸਕਦੇ ਹੋ, ਐਕਟਿਵ ਰਹੋ। ਕਿਉਂਕਿ ਜਸਟ ਲੁੱਕ ਵੀ ਬੈਕ ਵੀ ਜਿੱਥੋਂ ਅਸੀਂ ਆਏ ਆ ਉੱਥੇ ਕਿੰਨਾ ਕੁ ਦਾ ਫ੍ਰੈਕਚਰ ਹੁੰਦਾ ਸੀ, ਦਾ ਬਹੁਤ ਘੱਟ ਸੀ, ਕਿਉਂਕਿ ਲੋਕੀ ਸੀ ਐਕਟਿਵ। ਧੁੱਪ ਬੜੀ ਹੈ, ਵਿਟਾਮਿਨ ਡੀ ਦੀ ਕੋਈ ਘਾਟ ਨਹੀਂ ਹੈਗੀ, ਕੈਲਸ਼ੀਅਮ ਲੋਕੀ ਦੁੱਧ ਵਗੈਰਾ 'ਚ ਬਥੇਰਾ ਮਿਲ ਜਾਂਦਾ ਉੱਥੇ, ਆਮ ਵੀ ਲੋਕਾਂ ਦੀ ਡਾਈਟ ਹੁਣ ਚੰਗੀ ਹੈ ਉੱਥੇ, ਤੇ ਬਹੁਤ ਘੱਟ ਫ੍ਰੈਕਚਰ ਹੁੰਦਾ ਸੀ, ਭਾਰ ਵੀ ਨਹੀਂ ਸੀ ਹੁੰਦਾ ਜ਼ਿਆਦਾ। ਹੁਣ ਲੋਕੀ ਭਾਰ ਵੀ ਲੋਕਾਂ ਦਾ ਵੱਧ ਗਿਆ, ਤੇ ਫਾਲਤੂ ਖਾਣ ਦੇ ਨਾਲ ਵੀ ਪ੍ਰੋਬਲਮ ਆਉਂਦੀ। ਇਸ ਤੋਂ ਇਲਾਵਾ ਜਿਹੜੀਆਂ ਕੋਈ ਕਿਸੇ ਨੂੰ ਹੋਰ ਜਿਹੜੀਆਂ ਮੈਡੀਕਲ ਕੰਡੀਸ਼ਨਸ ਨੇ ਲੰਬੇ ਸਮੇਂ ਵਾਲੀਆਂ, ਉਹ ਵੀ ਨੁਕਸਾਨ ਕਰਦੀਆਂ। ਸੋ ਇਹਨਾਂ ਗੱਲਾਂ ਦਾ ਰੱਖੋ ਧਿਆਨ। ਆਪਣੇ ਬੈਸਟ ਜਿਹੜਾ ਹੁੰਦਾ ਨਾ, ਹਰ ਵਾਰੀ ਆਪਾਂ ਕਹੀਦਾ ਕਿ ਇਹ ਇਨਫੋਰਮੇਸ਼ਨ ਹੈ ਬੜੀ ਬੇਸਿਕ ਜੀ ਮੈਂ ਗੱਲ ਕਰਨਾ, ਹੁਣ ਆਈ ਡੋਂਟ ਗੋ ਟੂ ਮੱਚ ਇਨਟੂ ਦ ਡੈਪਥ, ਵੀ ਕਨਫਿਊਜ਼ ਨਹੀਂ ਕਰਨਾ। ਇਹਦੇ ਤੋਂ ਜਿੰਨੇ 1, 2 ਜਾਂ 3 ਗੱਲਾਂ ਵੀ ਤੁਸੀਂ ਸਿੱਖੋ, ਉਹਦੇ ਨਾਲ ਜਾ ਕੇ ਤੁਹਾਡੀ ਕਨਵਰਸੇਸ਼ਨ ਆਪਣੇ ਡਾਕਟਰ ਨਾਲ ਬੈਟਰ ਹੁੰਦੀ ਹੈ, ਉਹ ਤੁਸੀਂ ਜ਼ਿਆਦਾ ਗੱਲਬਾਤ ਕਰ ਸਕਦੇ ਹੋ। ਹਸਪੀਟਲ 'ਚ ਜਾ ਕੇ ਤੁਹਾਨੂੰ ਇਨਫੋਰਮੇਸ਼ਨ ਜਿਹੜੀਆਂ ਨਾ ਜਦੋਂ ਪ੍ਰੋਵਾਈਡ ਕਰਦੇ ਨੇ, ਉਹਨਾਂ ਦੀ ਗੱਲ ਸੁਣ ਲਿਆ ਕਰੋ। ਕਈ ਵਾਰੀ ਹੁੰਦੇ ਨੇ ਵੀ ਕਾਹਲੀ ਨਾਲ ਆ ਕੇ ਗੱਲ ਕਰਦੇ ਨੇ, 3-4 ਆਉਣਗੇ ਔਰ ਡਾਕਟਰ ਕਿਹੜਾ ਜੀ ਨੇ ਆਹ ਕਰਤਾ ਉਹ ਕਰਤਾ। ਤੇ ਖਾਸ ਕਰਕੇ ਜਦੋਂ ਇੰਡੀਆ ਜਾਂਦੇ ਨੇ ਤੇ ਜਦੋਂ ਉੱਥੇ ਫ੍ਰੈਕਚਰ ਹੋ ਜਾਏ, ਉਹ ਤੇ ਬਿਲਕੁਲ ਹੀ ਨਾ, ਜਿਹੜੇ ਅਸੀਂ ਲੋਕ ਇੱਥੇ ਕੰਮ ਕਰਨੇ ਆ 20-20, 30-30 ਸਾਲ, ਜਾਂ ਜਿਹੜੇ ਵੀ ਡਾਕਟਰ ਕੰਮ ਕਰਦੇ ਉਹਨਾਂ ਦਾ ਸਫਾਇਆ ਕਰ ਦਿੰਦੇ ਨੇ, ਔਰ ਡਾਕਟਰ ਨੇ ਕੋਈ ਦਵਾਈ ਕਰ ਦਿੱਤੀ, ਇਹਨੂੰ ਰਹਿਣ ਦਿਓ। ਇਸੇ ਕਰਕੇ ਫ੍ਰੈਕਚਰ ਹੋਇਆ, ਕਿਉਂਕਿ ਅਕਾਊਂਟੇਬਿਲਿਟੀ ਨਹੀਂ ਹੈਗੀ। ਜਿਹੜਾ ਵੀ ਗੱਲ ਮੂੰਹ 'ਚ ਆਉਂਦੀ ਹੈ ਉਹ ਬੋਲਣ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ। ਕੋਈ ਵੀ ਜਿਹੜਾ ਪ੍ਰੋਫੈਸ਼ਨਲ ਹੈ ਸਿਸਟਮ ਦੇ ਅੰਡਰ ਕੰਮ ਕਰਦਾ ਹੈ, ਜਿੰਨੀ ਦੇਰ ਤੱਕ ਤੁਸੀਂ ਉਹਦੀ ਫਾਈਲ ਨਹੀਂ ਵੇਖੀ, ਉਹਦੇ ਨਾਲ ਗੱਲਬਾਤ ਨਹੀਂ ਕੀਤੀ, ਫੈਮਿਲੀ ਨੇ ਉਹਦੇ ਨਾਲ ਸ਼ੇਅਰ ਨਹੀਂ ਕੀਤੀ, ਮੋਸਟ ਰਿਸਪੌਂਸੀਬਲ ਬੰਦੇ ਨੇ ਗੱਲ ਨਹੀਂ ਕੀਤੀ, ਉਹ ਫਿਰ ਚੱਕਰ ਜਿਹਾ ਪਾ ਕੇ ਐਡਾ ਵੱਡਾ ਸਿਆਪਾ ਜਿਹਾ ਖੜਾ ਕਰਕੇ ਮਰੀਜ਼ ਦਾ ਇਲਾਜ ਕਰਨ ਦੀ ਬਜਾਏ ਬਲੇਮ ਗੇਮ 'ਚ ਪੈਂਦੇ ਆ। ਉਹ ਤੋਂ ਬਚਣ ਦੀ ਜ਼ਰੂਰਤ ਹੈ। ਆਸਟੀਓਪਰੋਸਿਸ ਨੂੰ ਜਿਹੜਾ ਨਾ ਕੰਟਰੋਲ ਕਰ ਸਕਦੇ ਹਾਂ ਅਸੀਂ। ਬਿਲਕੁਲ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਡਾਕਟਰ ਦੇ ਜਾਣ ਤੋਂ ਪਹਿਲਾਂ ਸਾਨੂੰ ਆਪਣਾ ਵੀ ਵਾਕ ਦਾ ਧਿਆਨ ਰੱਖਣਾ ਚਾਹੀਦਾ, ਪਹਿਲਾਂ ਘਰ ਤੋਂ ਜਿਹੜਾ ਸ਼ੁਰੂ ਕਰਨਾ ਚਾਹੀਦਾ, ਕਿਉਂਕਿ ਕਹਿੰਦੇ ਆ ਕਿ ਖੜੀ ਮਸ਼ੀਨ ਨੂੰ ਵੀ ਜੰਗ ਲੱਗ ਜਾਂਦੀ ਹੈ, ਤੇ ਸਾਡੀ ਬਾਡੀ ਪਾਰਟ ਨੂੰ ਜਿੰਨਾ ਅਸੀਂ ਮੂਵ ਔਨ ਕਰਦੇ ਰਵਾਂਗੇ, ਜਿੰਨਾ ਅਸੀਂ ਮੂਵ ਕਰਦੇ ਰਵਾਂਗੇ, ਜਿੰਨਾ ਵਾਕ ਕਰਦੇ ਰਵਾਂਗੇ, ਜਿੰਨਾ ਐਕਸਰਸਾਈਜ਼, ਲਾਈਟ ਐਕਸਰਸਾਈਜ਼, ਇਹ ਨਹੀਂ ਕਿ ਤੁਸੀਂ ਜਿਮ ਦੇ ਵਿੱਚ ਜਾ ਕੇ ਭੱਜਣਾ, ਲਾਈਟ ਐਕਸਰਸਾਈਜ਼ ਕਰਦੇ ਰਹੋਗੇ, ਮੈਨੂੰ ਲੱਗਦਾ ਉਹਦੇ ਨਾਲ ਬਹੁਤ ਫਰਕ ਪੈਂਦਾ। ਕਿਉਂਕਿ ਜਿੰਨਾ ਮੁਲਕਾਂ ਦੇ ਵਿੱਚ ਅਸੀਂ ਰਹਿੰਦੇ ਹਾਂ, ਅਸੀਂ ਮਸ਼ੀਨਾਂ 'ਤੇ ਜ਼ਿਆਦਾ ਡਿਪੈਂਡ ਹੋਏ ਆ। ਸੋ ਉਹਦੇ ਲਈ
ਇੱਕ ਲਾਈਟ ਵਾਕ ਹੋਵੇ, ਫਿਰ ਵਾਕ ਕਰਨ ਦੇ ਕਈ ਲੋਕਾਂ ਦਾ ਇਹ ਰਿਐਕਸ਼ਨ ਆ ਜਾਂਦਾ ਹੈ ਕਿ ਸਾਰਾ ਦਿਨ ਤਾਂ ਮੀਂਹ ਪੈਂਦਾ ਰਹਿੰਦਾ, ਵਾਕ ਕਿਹੜੇ ਵੇਲੇ ਜਿਹੜੀ ਉਹ ਕਰਕੇ ਆਂਦੀ ਜਾਵੇ। ਸੋ ਉਹ ਚੀਜ਼ਾਂ ਚੀਜ਼ਾਂ ਦਾ ਕੋਈ ਨਾ ਕੋਈ ਹੱਲ ਕੱਢ ਲੈਣਾ ਚਾਹੀਦਾ ਹੈ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਕਿ ਅਸੀਂ ਕੀ ਕਰ ਰਹੇ ਹੈਗੇ ਆ, ਕਿਉਂਕਿ ਆ ਹੱਡੀਆਂ ਵਾਲੀ ਜਿਹੜੀ ਪ੍ਰੋਬਲਮ ਹੈ ਬਹੁਤ ਲੋਕਾਂ ਨੂੰ ਆ ਜਾਂਦੀ ਹੈ ਕਿ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਫਿਰ ਜਦੋਂ ਅਸੀਂ ਵਾਈਟਾਮਿਨਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਹੁੰਦਾ ਡਾਕਟਰ ਸਾਹਿਬ ਕਿ ਵਿਟਾਮਿਨ ਡੀ ਹੋ ਗਿਆ, ਵਿਟਾਮਿਨ ਹੋਰ ਜਿਹੜੇ ਨੇ ਉਹ ਕੈਲਸ਼ੀਅਮ ਹੋ ਗਏ, ਇਹ ਸਾਰੇ ਜਿਹੜੇ ਤੁਹਾਨੂੰ ਲਿਖ ਕੇ ਦੇ ਦਿੱਤੇ ਜਾਂਦੇ ਨੇ ਕਿ ਇਹ ਇਕੱਠੇ ਲੈ ਲੈਣੇ ਚਾਹੀਦੇ ਨੇ? ਕਿਉਂਕਿ ਕਈ ਵਾਰੀ ਸਾਨੂੰ ਇਹ ਵੀ ਕਨਫਿਊਜ਼ਨ ਹੋ ਜਾਂਦੀ ਵੀ ਹੁਣ ਤਾਂ ਮੈਂ ਵਿਟਾਮਿਨ ਦੀ ਗੋਲੀ ਲਈ ਸੀ, ਹੁਣ ਮੈਂ ਕੈਲਸ਼ੀਅਮ ਨਾਲ ਲੈ ਲਵਾਂ, ਮਲਟੀ ਵਿਟਾਮਿਨ ਮੈਂ ਲੈ ਲਵਾਂ। ਸੋ ਉਹ ਚੀਜ਼ਾਂ 'ਚ ਬੜੀ ਕਨਫਿਊਜ਼ਨ ਰਹਿੰਦੀ ਹੈ। ਜਿਹੜੀਆਂ ਨਾ ਸਾਰੀਆਂ ਗੱਲਾਂ ਇਹ ਛੋਟੀਆਂ ਗੱਲਾਂ ਨੇ ਪਰ ਇਹ ਇੰਪੋਰਟੈਂਟ ਨੇ ਕਿਉਂਕਿ ਟਾਈਮ ਬਚਦਾ ਇੱਕ ਤੇ ਤੁਹਾਨੂੰ ਜਿਹੜਾ ਨਾ ਬਾਰ-ਬਾਰ ਪੁੱਛਣ ਨਾਲੋਂ। ਦੂਸਰਾ ਹੈਗਾ ਵੀ ਜਿਹੜਾ ਤੁਹਾਡਾ ਫਾਰਮਾਸਿਸਟ ਹੈ ਉਹਦਾ ਬੜਾ ਇੰਪੋਰਟੈਂਟ ਰੋਲ ਹੈ। ਬਿਲਕੁਲ, ਕਿਉਂਕਿ ਆਮ ਅਸੀਂ ਲੋਕ ਹੁੰਦੇ ਆ, ਅਸੀਂ ਡਿਪੈਂਡ ਕਰਦੇ ਹਾਂ ਵੀ ਡਾਕਟਰ ਦੇ ਮਗਰੀ ਪੈਣਾ ਜਾ ਕੇ ਜਾਂ ਉਹਦੇ ਨਾਲ ਹੀ ਗੱਲ ਕਰਨੀ ਹੈ। ਪਰ ਜਦੋਂ ਤੁਸੀਂ ਫਾਰਮਾਸਿਸਟ ਕੋਲ ਜਾਣਾ, ਜਿਹਦੇ ਕੋਲ ਪ੍ਰਸਕ੍ਰਿਪਸ਼ਨ ਤੁਸੀਂ ਭਰਵਾਉਣੀ ਹੈ, ਜਿਹਨੇ ਤੁਹਾਨੂੰ ਚਾਰਜ ਕਰਨਾ, ਜਿਹਨੇ ਗਵਰਨਮੈਂਟ ਨੂੰ ਬਿੱਲ ਭੇਜਣਾ, ਉਹਨਾਂ ਨਾਲ ਵੀ ਗੱਲਬਾਤ ਕਰੋ ਵੀ ਤੁਸੀਂ ਵੀ ਆਹ ਮੇਰੀ ਮੈਡੀਸਨ ਹੈ, ਮੈਂ ਕਿਸ ਤਰੀਕੇ ਨਾਲ ਇਕੱਠੀ ਲੈ ਸਕਦਾ ਕਿ ਨਹੀਂ ਲੈ ਸਕਦਾ। ਸੋ ਇਹ ਸਾਰੀਆਂ ਗੱਲਾਂ ਸ਼ੇਅਰ ਕਰੋ, ਉਹਨਾਂ ਕੋਲ ਪੁੱਛੋ ਇਨਫੋਰਮੇਸ਼ਨ। ਜਿਹੜੇ ਡਾਕਟਰ ਨੇ ਸਾਰੇ ਉਹਨਾਂ ਤੇ ਐਕਸਪਲੇਨ ਕਰਨਾ ਸਾਰਿਆਂ ਦਾ ਰੋਲ ਹੈ। ਕੋਈ ਨਹੀਂ ਇਹ ਕਹਿੰਦਾ ਵੀ ਚਲੋ ਜਾਂ ਚੁੱਕੋ ਮੈਡੀਸਨ ਤੇ ਜਾਓ ਘਰ, ਇਹ ਤੇ ਗੱਲ ਬਣਦੀ ਨਹੀਂ। ਪਰ ਇਹ ਵੇਖਣਾ ਪੈਣਾ ਵੀ ਜਿਹੜੀਆਂ ਮੈਡੀਸਨਸ ਨੇ, ਜਿਸ ਤਰ੍ਹਾਂ ਹੁਣ ਬਲਿਸਟਰ ਪੈਕ ਦਾ ਇੱਕ ਕਿਸਮ ਦਾ ਨਾ ਬੜਾ, ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਨਹੀਂ ਮੈਡੀਸਨ ਲੈ ਸਕਦੇ ਜਾਂ ਭੁੱਲ ਜਾਂਦੇ ਨੇ, ਜਾਂ ਜਿਨ੍ਹਾਂ ਨੂੰ ਹੋ ਸਕਦਾ ਵੀ ਉਹ ਕਈ ਵਾਰੀ ਘਰ ਦੇ ਵਿੱਚ ਕੋਈ ਨਹੀਂ ਹੁੰਦਾ, ਕੰਮ ਤੇ ਗਏ ਨੇ, ਸਾਰੇ ਲੋਕਾਂ ਨੂੰ ਤੇ ਕੰਮ ਵੀ ਕਰਨਾ, ਘਰ 'ਚ ਤੇ ਕੋਈ 24 ਘੰਟੇ ਬਹਿ ਨਹੀਂ ਸਕਦਾ। ਸੋ ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ, ਬਲਿਸਟਰ ਪੈਕ 'ਚ ਆਉਂਦੀ ਮੈਡੀਸਨ, ਉਹ ਤੁਹਾਨੂੰ ਉਹਨੇ ਫਾਰਮਾਸਿਸਟ ਨੇ ਤੁਹਾਨੂੰ ਐਕਸਪਲੇਨ ਕਰ ਦੇਣਾ ਵੀ ਵਿਟਾਮਿਨ ਡੀ ਤੇ ਕੈਲਸ਼ੀਅਮ ਲਓ, ਨਾਲ B12 ਦੀਆਂ ਗੋਲੀਆਂ ਲੈਣੀਆਂ, ਵਿਟਾਮਿਨ ਸੀ ਦੀ ਗੋਲੀ ਬੜੀ ਹੈਗੀ ਜ਼ਰੂਰਤ ਐਵਰੀ ਡੇ ਲੈਣੀ ਚਾਹੀਦੀ ਹੈ, ਕਿਉਂਕਿ ਉਹ ਵੀ ਤਾਂ ਸਾਡੀਆਂ ਹੱਡੀਆਂ ਨੂੰ ਸਟਰੋਂਗ ਕਰਦੀ ਹੈ, ਮਸਲ ਨੂੰ ਸਟਰੋਂਗ ਕਰਦੀ ਹੈ। ਜਸਟ ਰਿਮੈਂਬਰ ਕਿ ਜਦੋਂ ਇਹ ਸਾਰੇ ਅਸੀਂ ਨਹੀਂ ਕੰਮ ਕਰਦੇ ਨਾ, ਉਹਦੇ ਨਾਲ ਹੁੰਦਾ ਵੀ ਜਿਹੜੀਆਂ ਆਮ ਲੋਕੀ ਕਹਿਣਗੇ ਮੇਰੇ ਗੋਡੇ ਕਿਉਂ ਦੁਖਣੇ ਸ਼ੁਰੂ ਹੋ ਗਏ, ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਸੀ ਪਹਿਲਾਂ। ਵੀ ਜਦੋਂ ਤੁਹਾਡੇ ਮਸਲ ਹੀ ਮਰਦੇ ਪਏ ਨੇ, ਹੱਡੀ ਤੁਸੀਂ ਮੂਵ ਨਹੀਂ ਕੀਤੀ, ਮਸਲ ਤੁਹਾਡੇ ਵੀਕ ਹੋ ਗਏ, ਤੇ ਵਾਟ ਡੂ ਯੂ ਥਿੰਕ ਵੀ ਜਿਹੜੇ ਜੁਆਇੰਟ ਨੇ ਇੱਕ ਹਵਾ ਨਾਲ ਤਾਂ ਨਹੀਂ ਮੂਵ ਕਰਨੇ। ਸੋ ਯੂ ਹੈਵ ਟੂ ਮੂਵ ਦੈਮ। ਸੋ ਉਹਨਾਂ ਨੂੰ ਉਹਨਾਂ ਨਾਲ ਕੁਐਸਚਨ ਕਰਨਾ ਚਾਹੀਦਾ। ਆਪਣੇ ਜਿਹੜੀ ਡਾਈਟ ਹੈ ਬਹੁਤ ਇੰਪੋਰਟੈਂਟ ਹੈ, ਪ੍ਰੋਪਰ ਡਾਈਟ ਲੈਣੀ, ਆਰਗੈਨਿਕ ਡਾਈਟ 'ਤੇ ਫੋਕਸ ਕਰਨਾ ਬੜਾ ਕਰੂਸ਼ੀਅਲ ਹੈ। ਆਪਾਂ ਕਿਸੇ ਦਿਨ ਕਰਾਂਗੇ ਪ੍ਰੋਗਰਾਮ, ਆਈ ਵਿਲ ਡਿਸਕਸ ਵੀ ਜਿਹੜਾ ਅਸੀਂ ਫੂਡ ਖਾਂਦੇ ਹਾਂ, ਪਾਣੀ ਪੀਂਦੇ ਹਾਂ, ਜਾਂ ਜਿਸ ਤਰੀਕੇ ਨਾਲ ਅਸੀਂ ਉਹਦੀ ਜਿਹੜੀ ਐਨਰਜੀ ਹੈ ਜਾਂ ਕਿਸ ਤਰੀਕੇ ਨਾਲ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ ਆਪਣੀ ਚੰਗੀ ਸਿਹਤ ਵਾਸਤੇ। ਇਕੱਲਾ ਇਹ ਨਹੀਂ ਵੀ ਦਵਾਈਆਂ ਖਾਣੀਆਂ ਨੇ, ਪਰ ਦਵਾਈਆਂ ਖਾਣ ਤੋਂ ਪਹਿਲਾਂ ਜਿਹੜੀ ਪ੍ਰੋਬਲਮ ਹੋਣ ਤੋਂ ਪਹਿਲਾਂ ਕੀ ਕਰ ਸਕਦੇ ਹਾਂ। ਇੱਕ ਪ੍ਰਾਈਮ ਐਗਜ਼ਾਮਪਲ ਹੈ ਕਿ ਆਸਟੀਓਪਰੋਸਿਸ ਦੀ ਪ੍ਰੀਵੈਂਸ਼ਨ ਵਾਸਤੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਉਹਦੇ ਵਿੱਚੋਂ ਅਗੇਨ ਮੇਨ ਗੱਲਾਂ ਨੇ, ਐਕਟਿਵ ਰਹੋ, ਇਹ ਪ੍ਰੋਬਲਮ ਆ ਸਕਦੀ ਹੈ, ਇਹਨੂੰ ਚੈੱਕ ਕਰਾ ਲਓ। ਜਦੋਂ ਤੁਹਾਡਾ ਡਾਕਟਰ ਤੁਹਾਨੂੰ ਫੋਨ ਕਰਕੇ ਕਹਿ ਰਿਹਾ ਇਹ ਤੁਸੀਂ ਆਪਣੇ ਬੋਨ ਡੈਂਸਿਟੀ ਮੈਂ ਕਰਾਉਣੀ ਹੈ, ਬੋਨ ਡੈਂਸਿਟੀ ਨੂੰ ਫੋਲੋ ਕਰੋ। ਇਹ ਨਾ ਕਹੋ ਵੀ ਮੈਂ ਇੰਡੀਆ ਜਾਣਾ, ਮੈਂ ਉੱਥੇ ਜਾਣਾ, ਇੱਥੇ ਜਾਣਾ, ਕੈਂਸਲ ਕਰ ਦਿਓ, ਰੀਸਕੈਜੂਲ ਕਰ ਦਿਓ। ਟਾਈਮ ਬੜਾ ਖਰਾਬ ਹੁੰਦਾ। ਇਹ ਬੜੀ ਵੱਡੀ ਪ੍ਰੋਬਲਮ ਹੈ ਜੀ। ਬਿਲਕੁਲ, ਪਹਿਲਾਂ ਹੈਲਥ ਤੇ ਬਾਕੀ ਸਾਰਾ ਕੁਝ। ਡਾਕਟਰ ਸਾਹਿਬ ਤੁਸੀਂ ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਅਸੀਂ ਜ਼ਰੂਰ ਅਗਲੇ ਪ੍ਰੋਗਰਾਮਾਂ ਦੇ ਵਿੱਚ ਡਾਈਟ ਬਾਰੇ ਵੀ ਗੱਲ ਕਰਾਂਗੇ, ਪਲੈਨਿੰਗ ਬਾਰੇ ਦੀ ਵੀ ਗੱਲ ਕਰਾਂਗੇ, ਪਰ ਅੱਜ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਹੈ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਥੈਂਕ ਯੂ। ਸੋ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ ਗੱਲਬਾਤ ਹੋਈ ਹੈ ਤੇ ਹੱਡੀਆਂ ਦੇ ਬਾਰੇ ਦੱਸਿਆ, ਹੱਡੀਆਂ ਦੇ ਪੁਰਨ ਦੇ ਬਾਰੇ, ਖੁਰਨ ਦੇ ਬਾਰੇ, ਛੇਤੀ ਟੁੱਟ ਜਾਂਦੀਆਂ ਨੇ। ਸੋ ਮੁੱਖ ਦੀ ਗੱਲ ਇਹ ਹੈ ਕਿ ਧਿਆਨ ਰੱਖਣਾ ਚਾਹੀਦਾ ਸਾਨੂੰ, ਪਹਿਲਾਂ ਤਾਂ ਐਕਟਿਵ ਰਹਿਣਾ ਚਾਹੀਦਾ ਤੇ ਫਿਰ ਥੋੜੀ ਬਹੁਤ ਵਾਕ ਕਰ ਲੈਣੀ ਚਾਹੀਦੀ ਹੈ। ਪਰ ਜੇ ਫਿਰ ਵੀ ਕਿਸੇ ਕਾਰਨ ਕਰਕੇ, ਕਿਉਂਕਿ ਕਈ ਵਾਰੀ ਅਸੀਂ ਵਾਕ ਵੀ ਕਰਦੇ ਹਾਂ, ਕਈ ਵਾਰੀ ਅਸੀਂ ਜਿਹੜਾ ਐਕਟਿਵ ਵੀ ਰਹਿੰਦੇ ਆ, ਪਰ ਫਿਰ ਵੀ ਪ੍ਰੋਬਲਮ ਆ ਜਾਂਦੀ ਹੈ। ਸ਼ਾਇਦ ਇਨਰ ਤੁਹਾਡੇ ਕੋਈ ਪ੍ਰੋਬਲਮ ਹੋ ਸਕਦੀ ਹੈ ਜਿਹਦੇ ਨਾਲ ਗੱਲ ਹੋ ਸਕਦੀ ਹੈ। ਤੁਸੀਂ ਡਾਕਟਰ ਤੱਕ ਰੀਚ ਕਰੋ ਜ਼ਰੂਰ, ਇਸ ਦਾ ਜਿਹੜਾ ਹੈ ਡਾਇਗਨੋਸ ਕਰਾਉਣਾ ਚਾਹੀਦਾ ਤੇ ਫਿਰ ਤੁਹਾਨੂੰ ਪ੍ਰੋਪਰ ਜਿਹੜੀ ਗਾਈਡੈਂਸ ਲੈਣੀ ਚਾਹੀਦੀ ਹੈ ਆਪਣੇ ਡਾਕਟਰ ਦੇ ਕੋਲੋਂ। ਹੋਰ ਵੀ ਇਨਫੋਰਮੇਸ਼ਨ ਅਗਲੇ ਹਫਤੇ ਅਸੀਂ ਸ਼ੇਅਰ ਕਰਦੇ ਰਹਾਂਗੇ। ਹੈਲਥ ਸ਼ੋ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਫੀਡਬੈਕ ਜ਼ਰੂਰ ਦਿੰਦੇ ਰਿਹਾ ਕਰੋ। ਅਗਲੀ ਵਾਰੀ ਕਿਸੇ ਹੋਰ ਟੌਪਿਕ ਦੇ ਨਾਲ ਹੈਲਥ ਸ਼ੋ ਲੈ ਕੇ ਫਿਰ ਹਾਜ਼ਰ ਹੋਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।